ਵਾਹਿਗੁਰੂ ਸਾਹਿਬ ਜੀ। ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ। ਨਾਨਕ ਕਹੂ ਨਾ ਸੀਜਈ ਬਿਨ ਨਾਮੈ ਪਤ ਜਾਏ। ਨਿਰਗੁਣਿਆਰ ਗਿਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਜੀਤ ਰਾਖ ਨਾਨਕ ਨਿਭੀ ਨਾਲ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਕਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਘਰ ਦੇ ਅਨੰਦ ਸੇਵਕ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਜੋ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਗੁਰੂ ਸ਼ਬਦ ਦਾ ਜੋ ਖਜ਼ਾਨਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੰਗਤਾਂ ਵਿੱਚ ਵੰਡਣ ਦੀ ਉਹ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ। ਉਹਨਾਂ ਦੀ ਧਰਮ ਪਤਨੀ ਬੀਬਾ ਸ਼ਰਨਜੀਤ ਕੌਰ ਵੱਲੋਂ ਮਾਲਕ ਨੇ ਜੋ ਉਹਨਾਂ ਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਚਾਹੇ ਉਹ ਦਾਤਾਂ ਪੁੱਤਰ ਧੀ ਦੇ ਰੂਪ ਵਿੱਚ ਨੇ, ਚਾਹੇ ਮਾਲਕ ਨੇ ਸਮੇਂ-ਸਮੇਂ ਹੋਰ ਕਈ ਤਰ੍ਹਾਂ ਦੀਆਂ ਜੋ ਬਖਸ਼ਿਸ਼ਾਂ ਨੇ ਉਹ ਕਰਕੇ ਸਮੁੱਚੇ ਪਰਿਵਾਰ ਨੂੰ ਨਵਾਜਿਆ। ਔਰ ਇਸ ਪੱਖੋਂ ਵੀ ਇਹ ਵਧਾਈ ਦੇ ਪਾਤਰ ਨੇ ਕਿ ਬੱਚਿਆਂ ਦੇ ਜਨਮ ਦਿਨ ਨੂੰ ਸਮਰਪਿਤ ਸਤਿਗੁਰਾਂ ਦਾ ਮਾਲਕ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸੰਗਤ ਦੀ ਜੁਗਤ ਦੁਆਰਾ ਗੁਰੂ ਘਰ ਵਿਖੇ ਗੁਰਮਤਿ ਸਮਾਗਮ ਕਰਵਾ ਰਹੇ ਨੇ। ਕਿਉਂਕਿ ਗੁਰੂ ਸ਼ਬਦ ਨਾਲ ਜੋੜਨਾ ਗੁਰਮਤਿ ਸਮਾਗਮਾਂ ਰਾਹੀਂ ਇਹ ਵੀ ਇੱਕ ਬਹੁਤ ਵੱਡਾ ਪੁੰਨ ਹੈ, ਪਰਉਪਕਾਰ ਹੈ। ਜਿੱਥੇ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਧੁਰ ਕੀ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ, ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜੀਵਨ ਦੇ ਦੋ ਪੱਖ ਨੇ, ਇੱਕ ਸਰੀਰਕ ਔਰ ਦੂਸਰਾ ਆਤਮਿਕ। ਭਾਵੇਂ ਕਿ ਆਤਮਾ ਨੂੰ ਮੁੱਖ ਅਬਨਾਸ਼ੀ ਪਰਮਾਤਮਾ ਦੀ ਅੰਸ਼ ਕਿਹਾ ਗਿਆ, ਸਰੀਰ ਨੂੰ ਗੌਣ ਮੰਨਿਆ ਗਿਆ, ਪਰ ਫਿਰ ਵੀ ਸਰੀਰ ਅਤੇ ਆਤਮਾ ਦੋਵੇਂ ਇੱਕ ਦੂਸਰੇ ਨਾਲ ਇਵੇਂ ਓਤ-ਪੋਤ ਨੇ ਕਿ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾਵੇ, ਮਨੁੱਖਾ ਜੀਵਨ ਦੀ ਸਹੀ ਸਫਲਤਾ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ। ਜਿੱਥੇ ਦੁਨਿਆਵੀ ਤੌਰ ਤੇ ਸਾਨੂੰ ਸਾਰਿਆਂ ਨੂੰ ਸਰੀਰਕ ਜੀਵਨ ਮਿਲਦਾ ਹੈ, ਜਿਹਨੂੰ ਅਸੀਂ ਕਈ ਵਾਰ ਜਨਮ ਦਿਨ ਕਹਿ ਕੇ ਮਾਲਕ ਦੀ ਦਿੱਤੀ ਹੋਈ ਇਸ ਦਾਤ ਲਈ ਬੜੀ ਖੁਸ਼ੀ ਵੀ ਮਨਾਉਂਦੇ ਆ।
ਉੱਥੇ ਗਰੀਬ ਨਵਾਜ ਜੀ ਨੇ ਸਾਨੂੰ ਆਤਮਿਕ ਜੀਵਨ ਵੀ ਦਿੱਤਾ ਹੈ। ਇਹੀ ਕਾਰਨ ਹੈ ਕਿ ਸਰੀਰਕ ਜਨਮ ਜਿੱਥੇ ਹੁੰਦਾ ਹੈ, ਅਸੀਂ ਦੁਨਿਆਵੀ ਤੌਰ ਤੇ ਉਹਨਾਂ ਨੂੰ ਮਾਤਾ ਪਿਤਾ ਕਹਿੰਦੇ ਹਾਂ, ਤੇ ਜਿਨ੍ਹਾਂ ਨੂੰ ਇਸ ਜਗਤ ਵਿੱਚ ਆ ਕੇ ਆਤਮਿਕ ਜੀਵਨ ਮਿਲਿਆ, ਉਹਨਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ, ਮੇਰਾ ਮਾਤ ਪਿਤਾ ਹਰ ਰਾਇਆ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਇਆ। ਭਾਵ ਜਿੱਥੇ ਸਰੀਰ ਇੱਕ ਬੜੀ ਵੱਡਮੁੱਲੀ ਦਾਤ ਹੈ, ਕਿਉਂਕਿ ਸਿੱਖੀ ਦਾ ਰਾਹ ਬੜਾ ਸੌਖਾ ਹੈ। ਇੰਝ ਕਹਿ ਲਈਏ ਕਿ ਮਾਲਕ ਨੇ ਜਿਹੜੀਆਂ ਗੁਜਰਾਨ ਲਈ ਸਾਨੂੰ ਦਾਤਾਂ ਦਿੱਤੀਆਂ ਨੇ, ਜੇ ਇਹਨਾਂ ਦਾਤਾਂ ਵਿੱਚ ਰਹਿੰਦਿਆਂ, ਇਹਨਾਂ ਦਾਤਾਂ ਨੂੰ ਵਰਤਿਆਂ ਸਾਨੂੰ ਦਾਤਾ ਚੇਤੇ ਆ ਜਾਵੇ ਕਿ ਸਾਡਾ ਜੀਵਨ ਮਨੋਰਥ ਸਫਲ ਹੈ। ਹੁਣ ਚਾਹੀਦਾ ਤਾਂ ਇਹ ਸੀ ਕਿ ਦਾਤਾਂ ਵਿੱਚ ਰਹਿ ਕੇ ਦਾਤਾਂ ਦੇਣ ਵਾਲਾ ਦਾਤਾ ਚੇਤੇ ਆਉਂਦਾ, ਪਰ ਹੋਇਆ ਇਸ ਤੋਂ ਉਲਟ, ਦਾਤ ਪਿਆਰੀ ਵਿਸਰਿਆ ਦਾਤਾ ਦਾ। ਜਿਹੜੀ ਦਾਤ ਹੈ ਉਹ ਸਾਨੂੰ ਬੜੀ ਚੰਗੀ ਲੱਗੀ, ਬੜੀ ਪਿਆਰੀ ਲੱਗੀ, ਪਰ ਜਿਸ ਨੇ ਦਾਤ ਦਿੱਤੀ ਹੈ ਉਹ ਦਾਤਾ ਸਾਡੀ ਜ਼ਿੰਦਗੀ ਵਿੱਚੋਂ ਵਿਸਰ ਗਿਆ। ਇਸੇ ਲਈ ਸਾਨੂੰ ਚੇਤਾ ਕਰਾਇਆ ਜਾਂਦਾ ਹੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ। ਉਹ ਕਿਉਂ ਵਿਸਰੇ? ਕਿਉਂਕਿ ਕਈ ਵਾਰ ਤੁਸੀਂ ਗੁਰੂ ਕੀ ਬਾਣੀ ਵਿੱਚ ਪ੍ਰਾਨਪਤ ਸ਼ਬਦ ਪੜ੍ਹਦੇ ਹੋ ਕਿ ਦੁਨਿਆਵੀ ਤੌਰ ਤੇ ਕੋਈ ਸੈਨਾਪਤੀ ਹੈ, ਕੋਈ ਰਾਸ਼ਟਰਪਤੀ ਹੈ, ਕੋਈ ਕੁਲਪਤੀ ਹੈ, ਕੋਈ ਲੱਖਪਤੀ ਹੈ, ਕੋਈ ਕਰੋੜਪਤੀ ਹੈ, ਪਰ ਪ੍ਰਾਣਪਤੀ ਇੱਕੋ ਹੀ ਹੈ। ਇੰਝ ਕਹਿ ਲਈਏ ਕਿ ਜਿਹੜਾ ਕਰੋੜਪਤੀ ਹੈ ਉਹਦੇ ਅੰਦਰ ਵੀ ਜਿਹੜਾ ਜੀਵਨ ਹੈ, ਉਹਦੇ ਅੰਦਰ ਵੀ ਜਿਹੜੇ ਪ੍ਰਾਣ ਨੇ, ਉਹਦੇ ਅੰਦਰ ਵੀ ਜਿਹੜੇ ਸਵਾਸ ਚੱਲ ਰਹੇ ਨੇ, ਉਹਨਾਂ ਦਾ ਪਤੀ, ਉਹਨਾਂ ਦਾ ਮਾਲਕ ਜਿਹੜਾ ਹੈ ਉਹ ਪਰਮੇਸ਼ਰ ਹੈ। ਇੱਕ ਰਾਸ਼ਟਰਪਤੀ ਜਿਹੜਾ ਸਾਰੇ ਦੇਸ਼ ਦਾ ਮਾਲਕ ਹੈ, ਪਰ ਉਹਦੇ ਅੰਦਰ ਵੀ ਜਿਹੜੇ ਪ੍ਰਾਣ ਨੇ, ਉਹਨਾਂ ਪ੍ਰਾਣਾਂ ਦਾ ਪਤੀ ਪਰਮਾਤਮਾ ਹੈ। ਕਿਉਂਕਿ ਸਾਨੂੰ ਸਾਰਿਆਂ ਨੂੰ ਜਿਹੜਾ ਸਰੀਰਕ ਜੀਵਨ ਹੈ ਇਹ ਮਾਲਕ ਦੀ ਕਿਰਪਾ ਦੇ ਨਾਲ ਮਿਲਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ ਕਿ ਕਦੇ ਐਸਾ ਸਮਾਂ ਸੀ ਜਦੋਂ ਨਾ ਤਾਂ ਇਹ ਦਿਸਦੇ ਹੱਡ ਮਾਸ ਦੇ ਸਰੀਰ ਸਨ ਤੇ ਨਾ ਇਹਨਾਂ ਸਰੀਰਾਂ ਦੇ ਵਿੱਚ ਚੱਲਦੇ ਹੋਏ ਸਵਾਸ ਸਨ। ਮਾਲਕ ਨੇ ਕਿਰਪਾ ਕੀਤੀ, ਰਕਤ ਤੇ ਬਿੰਦ ਪੰਜਾਂ ਤੱਤਾਂ ਦੀ ਜੜਤ ਜੜ ਕੇ ਇਸ ਸੁੰਦਰ ਸਰੀਰ ਦੀ ਜਿਹੜੀ ਰਚਨਾ ਹੈ ਉਹ ਮਾਲਕ ਨੇ ਘੜੀ ਹੈ। ਇਸੇ ਲਈ ਸਾਨੂੰ ਬਾਰ-ਬਾਰ ਸੁਚੇਤ ਕੀਤਾ ਜਾਂਦਾ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਭਾਰਿਆ। ਜਿਵੇਂ ਅਸੀਂ ਘਰ ਬਣਾਉਂਦੇ ਆ, ਫਿਰ ਘਰ ਨੂੰ ਸਾਜਦੇ ਆ, ਫਿਰ ਸਵਾਰਦੇ ਆ, ਤੇ ਫਿਰ ਉਹਦੇ ਬਾਅਦ ਸ਼ਿੰਗਾਰਿਆ ਜਾਂਦਾ। ਮਾਲਕ ਨੇ ਸਾਡਾ ਸਟਰਕਚਰ ਤਿਆਰ ਕੀਤਾ, ਉਹਦੇ ਉੱਪਰ ਫਿਰ ਪੂਜਾ ਫੇਰਿਆ, ਤੇ ਮਾਲਕ ਨੇ ਸਾਨੂੰ ਸਵਾਰ ਕੇ ਇਸ ਸੰਸਾਰ ਵਿੱਚ ਭੇਜ ਦਿੱਤਾ ਤੇ ਸਵਾਰਿਆ ਇਹਦੇ ਨਾਲ ਕਿ ਉਵੇਂ ਤਾਂ ਅਸੀਂ ਮਿੱਟੀ ਆ, ਪਰ ਜਦੋਂ ਸਾਡੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੂਪੀ ਰਤਨ ਟਿਕਾਇਆ ਤੇ ਸਾਹਿਬ ਨੇ ਬਚਨ ਕਹੇ, ਜਿਨ ਕੀਤਾ ਮਾਟੀ ਤੇ ਰਤਨ, ਦੇਖ ਜਿਨੇ ਤੈਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ। ਹੁਣ ਦੁਨਿਆਵੀ ਤੌਰ ਤੇ ਲੋਕ ਰਤਨਾਂ ਪਿੱਛੇ, ਹੀਰਿਆਂ ਪਿੱਛੇ ਭੱਜਦੇ ਨੇ, ਪਰ ਇਹ ਪਤਾ ਹੀ ਨਹੀਂ ਕਿ ਆ ਮਨੁੱਖਾ ਜੀਵਨ ਜਿਹੜਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆ ਜਿਹੜਾ ਕੀਮਤੀ ਰਤਨ ਹੈ ਉਹਨੇ ਮਿੱਟੀ ਨੂੰ ਰਤਨ ਬਣਾ ਦਿੱਤਾ। ਬੰਦਾ ਸੁਣਨ ਲੱਗ ਪਿਆ, ਬੰਦਾ ਬੋਲਣ ਲੱਗ ਪਿਆ, ਸਾਨੂੰ ਦਿਸਣ ਲੱਗ ਪਿਆ, ਹੈ ਇਹ ਸਰੀਰ ਮਿੱਟੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਦੇ ਇਹ ਨਾ ਸਰੀਰਕ ਲੋਥੜੇ ਸਨ ਤੇ ਨਾ ਸਰੀਰਾਂ ਵਿੱਚ ਚੱਲਦੇ ਸਵਾਸ ਸਨ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ। ਰਕਤ ਬਿੰਦ ਕੀ ਦੇਹ ਰਜ, ਪਾਂਤ ਤਦ ਕੀ ਜੜਤ ਜੜਾਈ। ਪੌਣ ਪਾਣੀ ਵੈ ਸੰਤਰੋ, ਚੌਥੀ ਧਰਤੀ ਸੰਗ ਸਮਾਈ। ਪੰਚਮ ਵਿੱਚ ਆਕਾਸ਼ ਕਰ, ਛਠਮ ਕਰਤਾ ਅਦ੍ਰਿਸ਼ਟ ਸਮਾਈ। ਮਾਲਕ ਦੀ ਇਹ ਵੀ ਵਡਿਆਈ ਹੈ
कि उन्हें जिथे पंजां तत्तां दे गुण साडे शरीर विच पाए ने, साडे अंदर धरती वाला गुण है, आकाश वाला गुण है, अग वाला, पानी वाला, ये सारे गुण जिहड़े ने मालिक ने साडे अंदर टिकाए ने। कि जदों बंदा ब्रह्म ज्ञान की अवस्था विच पहुंचदा है ना, उदों धरती वाला गुण भी इहदे अंदर प्रगट हो जाता है। ब्रह्म ज्ञानी क्या धीरज एक जो बसुदा कूप होता है वो चंद्र ले। ਇਹਦੇ ਅੰਦਰ ਆਕਾਸ਼ ਵਾਲਾ ਗੁਣ ਵੀ, ਇਹਦੇ ਅੰਦਰ ਅਗਨੀ ਵਾਲਾ ਗੁਣ ਵੀ, ਇਹਦੇ ਅੰਦਰ ਹਵਾ ਵਾਲਾ ਗੁਣ ਵੀ, ਸਾਰੇ ਗੁਣ ਜਿਹੜੇ ਨੇ, ਪਾਣੀ ਵਾਲਾ ਗੁਣ ਵੀ ਇਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਹੁਣ ਮਾਲਕ ਨੇ ਕਿਰਪਾ ਕੀਤੀ ਕਿ ਜਿਹੜੀ ਰਕਤ ਬਿੰਦ ਦੀ ਦੇਹ ਹੈ ਇਹ ਉਹਨੇ ਰਚੀ ਹੈ, ਤੇ ਸਭ ਤੋਂ ਪਹਿਲਾਂ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ कि जिन्नियां भी जूना ने, जिन्ने भी आकार ने, जिन्ने भी शरीर ने, सब तो दुर्लभ आ मनुखा शरीर सानू मिलिया। वड्डे भाग मानक तन पावा, बड़े वड्डे भाग ने, फिर मनुखा तन, फिर मनुखा शरीर मिलिया। और जिहदी किरपा दे नाल ये शरीर प्राप्त होया है, साहब ने इस शरीर रूपी दात नूं सामने रख के उस मालिक की भगती करने लई सानू प्रेरित किया है। जिह प्रसाद पाई गुरलभ दे, नानक तांकी भगत करे। और नाल ये भी स्पष्ट कर दिता कि जदों असीं गुरु की सेवा, मालिक की भगती करांगे, फिर असीं ये दावा कर सकते हैं कि असीं मनुखा शरीर प्राप्त किया। नहीं तां पशु परेत मुगध ते बुरी, इस मनुखा शरीर की एको खासियत है कि इहदे विच असीं गुरु की सेवा ते मालिक की भगती कर सकते हैं। ना तां नखिद टेढ़ियां मेढ़ियां रेंगण जूना वाले शरीरां विच गुरु की सेवा ते मालिक की भगती होनी है, ते ना बंदा ये कहे कि मैं गां जाके किते देवलोक विच देवता बन के गुरु की सेवा जां भगती करांगा। मनुखा जीवन ढुकवां समा है गुरु की सेवा ते मालिक की भगती करन दा। इसलिए इस मनुखा शरीर नूं देवी देवते भी तरसदे। इस देही को सिमरै देव, सो देही भज हर की सेव। सब कहते मनुखा शरीर प्राप्त कर लिया, पर दावा कदों? गुर सेवा ते भगत कमाई, तब यह मानस देही पाई। जिवें आपां कोई पेपर वर्क पूरा करिए ते दैन आपां नूं वेखो इमीग्रेशन वाले कहंदे ने हुण असीं वीजा इशू करांगे। जे गुरु की सेवा ते भगती करांगे ते दैन भाव फेर तब उवें असीं मनुख नहीं आ। मनुखा शरीर विच रह के भी साहब कहंदे ने मनुख नहीं। जे मनुखा देही प्राप्त की है, जे तू मालिक का शुकराना करेगा, गुरु की सेवा मालिक की भगती करेगा, जे इस मनुखा शरीरक जीवन के नाल नाल आत्मिक जीवन प्राप्त करेगा, फिर तू मनुख है। ते वो जीवन है जीवना हर जीवना, जीवन हर जप साध संग। गुरु की संगत विच आए हो, इत्थों सानू ये आत्मिक जीवन मिलना है। और सच ये वे कि जदों दुनियावी तौर पर साडे कोल शरीरक जीवन हुंदा है, दुनियावी माता पिता सानू लाडां चावां नाल पालदे ने, मिठा मिण मिण के अरदासां कर करके वड्डियां कीता जांदा है बच्चिआं नूं। दुनियावी माता पिता जदों भी असीसां देणगे, इक्को गल कहणगे, तू वड्डियां उमरां वाला होवे, तू पढ़ लिख के चंगे अहुदे ते पहुंचे, तैनू चंगा मरतबा, तैनू वधिया अन धन, भाव किसी तरह की तेरे घर में कोई कमी ना रहे। और ये माता पिता का फर्ज है, वो हर बच्चे की भावें धी है पुत्र है, ਉਹਦੇ ਲਈ माता पिता इस तरह ਦੀਆਂ ਅਸੀਸਾਂ, इस तरह ਦੀਆਂ ਅਰਦਾਸਾਂ ਕਰਦੇ ਨੇ। पर ਜਦੋਂ ਅਸੀਂ गुरु माता पिता ਕੋਲ ਆਵਾਂਗੇ ਤੇ गुरु माता पिता ने ये ਅਸੀਸਾਂ ਦੇਣੀਆਂ ਨੇ कि तू आत्मिक जीवन प्राप्त करे ते सदा ਲਈ ਜਿਉਂਦਾ रहे, क्योंकि जीवत 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 रहो। भाव वो जीवन तेनू प्राप्त हो जाए जिस जीवन की प्राप्ति लई तेनू शरीरक जीवन दे के संसार ते भेजिया। ते सचमुच जिवें दुनियावी माता पिता कहते ने कि मेरा पुत्र डॉक्टर की पदवी ते पहुंचे, जज की पदवी ते पहुंचे, पर गुरु माता पिता कहणगे तू जीवन पदवी ते पहुंच
कि जदों मालक दा भगत रूपी बच्चा, गुरु दा सिख रूपी बच्चा, पुत्र धियां असीं कुछ भी होइए, जदों जीवन पदवी ते पहुंचदे हां ते फिर सतगुरु कहंदे उस मालक नूं सबोधन हो के कहना, आप मोहे जीवन पदवी पाई। ये मालक जी देखो, तुहाडी किरपा दे नाल तुहाडा शुकराना करदे हां, शरीरक पदवियां ते सारियां कोल ने, पर साडे कोल हुण जीवन पदवी नहीं, क्योंकि मालक ने साडी रचना रची है। रचंत जी रचना मात गर्भ अस्तापनंग, सास सास समरंत नानक, महा अगन्ना विनाशनंग, मुख तलै पैर उबरे वसंदो, कोथड़ै थाए नानक सो धनी क्यों वसारियो, उधरै दिसदा है। अज भी जदों सानू चेता कराया जाता है ना कि फलाने समय फलाने मनुख ने तेरे ते आह परोपकार कीता सी, पर अज तू भुल गया। क्योंकि बंदा जदों राज भाग वाले सोहने सुख मानदा, पदार्थां विच रहिंदा है, ते इहनूं कई बार पहला अपना जिहड़ा बीत्या होया समय ना कोई भुल जाता है। जिवें तुलसीदास होना ने बांह खड़ी करके चैलेंज किया कि मैनूं कोई इहो जिहा बंदा बनाओ कि जिन्ने प्रभता, जिन्ने वडियाई, जिन्ने अमीरी प्राप्त करके कदे गरीबी नूं चेते रखिया हो, कि फिर हंकार ना कीता होवे। तुलसीदास ने चैलेंज किया, ऐसो को जन्म्यो जग माही, प्रभता पाए जास मद नहीं। पर काश किते अज तुलसीदास हुंदा ते उन्होंने जवाब मिलता कि मेरे गुरु नानक साहब सर्व कला समर्थ हुंदियां भी अपने लिए लफ्ज वरतरे ने, नानक नीच कहे विचार, वारिया ना जावा एक बार, जो तुध भावै साई भली कार, तू सदा सलामत करेगा। अज तुलसीदास हुंदा ते उन्होंने पता लगता कि गुरु रामदास महाराज दीन दुनी दे थम, दीन दुनी दे बादशाह बन के भी आखदे ने, जो हमरी बिद होती मेरे सतगुरा, साबित तुम हर जानो आपे, हम रुलते फिरते कोई बात ना पूछता, गुर सतगुर संग ईरे हम था। जदों गुरु अमरदास जी का शुकराना करना सी ना, ते मालक अगे अरदास की, जिवें अज आपां उदाहरणां वरत सकदे हां ना, भी आपां कोई ट्रैक्टर लिया, कोई गड्डी लई, उहदा बैंक तो आपां लोन कराया, ते बैंक वाले आरसी दे उपर लिख दिंदे ने इत्थे तक कि जे असीं मकान भी बनाउणा, प्लाट की रजिस्ट्री है, ते जदों फर्द कढावांगे तो उत्थे लिखिया जावेगा कि ये करजे दे कारण रहन हो चुका है। ट्रैक्टरां दीयां डीजल वालियां टैंकियां दे नेड़े एक बैंक की प्लेट भी लग जाती है। गुरु रामदास महाराज जी ने जदों गुरु अमरदास जी का शुकराना करना सी ना, ते मालक नूं कहण लगे, ये मालक जे तुहाडे हत्थ विच शैणी है, हथौड़ी है, ते किरपा करो मेरे मत्थे ते पक्का दाग दाग, मेरे मत्थे ते पक्की निशानी ला दो कि जदों भी मैं विचरां ते जिहड़ा भी मैनूं वेखे ते ओह वेखदिआं कहे कि ये गुरु अमरदास जी का गुलाम जा रहा। ਇਹਦੇ ਤੇ गुरु अमरदास जी के बड़े परोपकार ने। ये गुरु रामदास जी के बचन ने, मेरे राम हम सतगुर लाले कांडे, हमरा मस्तक दाग तगाना, हम कर्ज गुरु हो साडे। कि मैं अपने गुरु अमरदास जी का बड़ा कर्जा देना है, बड़े परोपकार ने, बड़ियां दातां मैनूं गुरु अमरदास जी ने बख्शिश कीतियां। ते गुरु अमरदास महाराज सानूं चेते कराउंदे ने कि जिवें संकट समय, विखम समय किसी ने साडी सहायता की होवे ते आपां कहने आ कि तुसीं ओहनूं भुल गए। जे सच्ची मुच्ची इस तरह असीं अपने पिछोकड़ वल झात मारीए ते किन्ना विखम समा सी। साहब ने आनंद साहब दे विच बख्शिश कीता, माता के उदर में प्रतिपाल करे, सो क्यों मनो विसारिए, मनो क्यों विसारिए, केवट दाता जी अगन में आहार बुझावे। जिथे तू समरथ, जिथे कोई ना है, उथे तेरी रख अग्नि उधर माही। कि तेरी समर्था उथे तक है जिथे सारियां दी समर्था मुक जाती है। तू ते माता दे उधर विच जिथे अग्नि विच
ਸਾਡੇ ਸਰੀਰ ਦੀ ਬਣਤਰ ਬਣ ਰਹੀ ਸੀ, ਤੂੰ ਉੱਥੇ ਵੀ ਸਾਡੀ ਸਹਾਇਤਾ ਕੀਤੀ। ਤੇ ਅੱਜ ਜਦੋਂ ਭਗਤ ਧੰਨਾ ਜੀ ਨੂੰ ਆਪਾਂ ਇਹ ਵੇਖਾਂਗੇ ਕਿ ਉਹਨਾਂ ਨੇ ਕਿੱਥੇ ਕਿੱਥੇ ਰੱਬ ਦੇ ਦਰਸ਼ਨ ਕੀਤੇ ਆ। ਸਾਡੀ ਬਦਕਿਸਮਤੀ ਹੈ ਕਿ ਕੇਵਲ ਆਪਾਂ ਸਾਖੀ ਪੜ੍ਹ ਕੇ ਕਹਿ ਦਿੰਦੇ ਆ ਕਿ ਸ਼ਾਇਦ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਵੇਖਿਆ। ਨਹੀਂ, ਜਿਹਦਾ ਰੱਬ ਸਰਬ ਵਿਆਪਕ ਹੁੰਦਾ ਹੈ ਨਾ, ਉਹਦਾ ਰੱਬ ਪਾਣੀ ਵਿੱਚ ਵੀ, ਉਹਦਾ ਰੱਬ ਪਹਾੜਾਂ ਵਿੱਚ ਵੀ, ਉਹਦਾ ਰੱਬ ਧਰਤੀ ਤੇ ਵੀ, ਉਹਦਾ ਰੱਬ ਆਕਾਸ਼ ਵਿੱਚ ਵੀ, ਉਹਦਾ ਪਤਾਲ ਵਿੱਚ ਵੀ, ਉਹਦਾ ਪੱਥਰਾਂ ਵਿੱਚ ਵੀ, ਉਹਦਾ ਆਮ ਜਿੱਥੇ ਮੈਦਾਨੀ ਇਲਾਕਾ ਹੈ, ਹਰ ਥਾਂ ਤੇ ਜਿਵੇਂ ਸੂਰਜ ਚੜ੍ਹਦਾ ਹੈ ਤੇ ਸੂਰਜ ਦੀਆਂ ਕਿਰਨਾਂ ਹਰ ਉੱਚੇ ਨੀਵੇਂ ਥਾਂ ਤੇ ਪੈਂਦੀਆਂ ਨੇ। ਪਰ ਸਾਹਿਬ ਕਹਿੰਦੇ ਜਦੋਂ ਕੋਈ ਇਹ ਕਵੇ ਕਿ ਮੈਂ ਕੇਵਲ ਸੂਰਜ ਦੀਆਂ ਕਿਰਨਾਂ ਨੂੰ ਇੱਕ ਜਗ੍ਹਾ ਤੇ ਪੈਂਦੀਆਂ ਵੇਖਿਆ, ਇਹ ਅਗਿਆਨਤਾ ਹੈ। ਭਗਤ ਧੰਨਾ ਜੀ ਦੀ ਬਾਣੀ ਪੜੋ, ਉਹ ਕਹਿੰਦੇ ਨੇ ਆ ਇਸ ਜਗਤ ਵਿੱਚ ਪ੍ਰਗਟ ਹੋ ਕੇ ਤਾਂ ਮੈਂ ਬਾਅਦ ਵਿੱਚ ਰੱਬ ਦੇ ਦਰਸ਼ਨ ਕੀਤੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਚੇਤੇ ਕਰਾਵਾਂ ਵੀ ਪਤਾ ਮੈਨੂੰ ਮਾਲਕ ਦੇ ਦਰਸ਼ਨ ਕਿੱਥੇ ਹੋਏ। ਕਹਿਣ ਲੱਗੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਬੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਕਹਿੰਦੇ ਮੈਨੂੰ ਮੇਰੇ ਮਾਲਕ ਦੇ ਦਰਸ਼ਨ ਸਭ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਹੁੰਦੇ ਨੇ। ਫਿਰ ਖੇਤਾਂ ਵਿੱਚ ਕੰਮ ਕਰਦਿਆਂ, ਖੂਹ ਚਲਾਉਂਦਿਆਂ, ਕਿਆਰੇ ਮੋੜਦਿਆਂ ਮੈਨੂੰ ਲੱਗਦਾ ਵੀ ਹਰ ਵੇਲੇ ਮੇਰਾ ਮਾਲਕ ਮੇਰੇ ਅੰਗ ਸੰਗ ਹੈ। ਮੈਨੂੰ ਸਦਾ ਉਹਦੇ ਦਰਸ਼ਨ ਹੁੰਦੇ ਨੇ। ਤੇ ਜਦੋਂ ਉਹਦੇ ਸਦਾ ਦਰਸ਼ਨ ਹੁੰਦੇ ਨੇ, ਉਹ ਖੇਤਾਂ ਵਿੱਚ ਵੀ ਹੈ, ਉਹ ਖੂਹ ਚਲਾਉਂਦਿਆਂ ਵੀ ਹੈ, ਉਹ ਜਦੋਂ ਮੈਂ ਘਰ ਜਾਣਾ ਉਹ ਮੇਰੇ ਘਰ ਵਿੱਚ ਵੀ ਹੈ। ਮੈਂ ਜਿੱਥੇ ਵੀ ਜਾਵਾਂ ਮੇਰਾ ਮਾਲਕ ਜਿਹੜਾ ਨਾ ਉਹ ਹਰ ਥਾਂ ਤੇ ਵਿਆਪਕ ਹੈ। ਕਿਉਂਕਿ ਮਾਲਕ ਦੀਆਂ ਜਦੋਂ ਦਾਤਾਂ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲੀ ਦਾਤ ਹੈ ਜਿਹੜਾ ਸਾਨੂੰ ਮਨੁੱਖਾ ਸਰੀਰ ਮਿਲਿਆ। ਉਵੇਂ ਉਹਦੀਆਂ ਬੜੀਆਂ ਦਾਤਾਂ ਜਪਜੀ ਸਾਹਿਬ ਵਿੱਚ ਪੜੋ, ਉਹਦੀਆਂ ਦਾਤਾਂ ਨੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਇਸੇ ਲਈ ਕਿਹਾ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ, ਵੀ ਕੇਵਲ ਧਰਮਸ਼ਾਲਾ ਗਿਰਜੇ ਘਰ ਨੂੰ, ਧਰਮ ਮੰਦਰ ਨੂੰ, ਮਸਜਿਦ ਨੂੰ ਜਾਂ ਗੁਰਦੁਆਰੇ ਨੂੰ ਨਾ ਸਮਝਿਓ। ਆ ਜਿਹੜੀ ਸਮੁੱਚੀ ਧਰਤੀ ਹੈ ਨਾ, ਇਹ ਧਰਮਸ਼ਾਲਾ ਹੈ। ਜਿਹੜੇ ਕਰਮ ਅਸੀਂ ਗੁਰਦੁਆਰੇ ਆ ਕੇ ਨਹੀਂ ਕਰਨੇ, ਉਹ ਘਰਾਂ ਵਿੱਚ ਵੀ ਨਹੀਂ ਕਰਨੇ, ਇਸ ਧਰਤੀ ਤੇ ਵਿਚਰਦਿਆਂ ਕਿਤੇ ਵੀ ਨਹੀਂ ਕਰਨੇ। ਕਿਉਂਕਿ ਉਹਦੀਆਂ ਦਾਤਾਂ ਨੇ, ਉਹਨੇ ਦਿਨ ਬਣਾਏ, ਉਹਨੇ ਰਾਤਾਂ ਬਣਾਈਆਂ, ਉਹਨੇ ਸੋਹਣੀਆਂ ਰੁੱਤਾਂ ਸਾਨੂੰ ਬਖਸ਼ਿਸ਼ ਕੀਤੀਆਂ। ਤੇ ਸਾਹਿਬ ਕਹਿੰਦੇ ਉਹਦਾ ਸ਼ੁਕਰਾਨਾ ਕਰਨ ਵਾਸਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਸਮੁੱਚੀ ਧਰਤੀ ਜਿਹੜੀ ਆ ਇਹ ਧਰਮਸ਼ਾਲਾ ਹੈ, ਧਰਮ ਕਮਾਉਣ ਦਾ ਘਰ ਹੈ। ਉਸ ਮਾਲਕ ਦੀ ਬੰਦਗੀ ਕਰਨ ਦਾ, ਉਹਦੀ ਅਰਾਧਨਾ ਕਰਨ ਦਾ ਇਹ ਯੋਗ ਟਿਕਾਣਾ ਹੈ ਜਿਹੜੀ ਧਰਤੀ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਇਸ ਧਰਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਵੱਲ ਭੱਜਣਾ ਇਹ ਬਿਲਕੁਲ ਅਗਿਆਨਤਾ ਹੈ। ਸਤਿਗੁਰਾਂ ਨੇ ਤੇ ਮਾਲਕ ਦੀਆਂ ਦਾਤਾਂ ਦਾ ਜਦੋਂ ਜ਼ਿਕਰ ਕੀਤਾ, ਸਾਹਿਬ ਕਹਿਣ ਲੱਗੇ ਦਿਨ ਰਾਤੀ ਦਿਨ ਬਣਾਈਆਂ। ਜਿੰਨੇ ਦਿਨ ਬਣਾ ਕੇ ਰਾਤ ਬਣਾਈ ਹੈ, ਉਹਨੂੰ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢਿੱਲਾ। ਜੇ ਤੂੰ ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਵਿਸਾਰ ਦਿੱਤਾ, ਇੱਕ ਨਿਮਖ ਜਿੰਨਾ ਸਮਾਂ ਵੀ ਢਿੱਲ ਨਾ ਕਰੀ, ਨਿਮਖ ਨਾ ਕੀਜੈ ਢਿੱਲਾ। ਕਿਉਂਕਿ ਦਿਨੇ ਰਾਤ ਉਹਨੂੰ ਸਿਮਰ ਜਿੰਨੇ ਦਿਨ ਤੇ ਰਾਤ ਬਣਾਇਆ। ਤੇ ਜੇ ਅਸੀਂ ਉਹਨੂੰ ਨਹੀਂ ਸਿਮਰਾਂਗੇ ਤੇ ਵੇਖੋ ਦੁਨਿਆਵੀ ਤੌਰ ਤੇ ਸਾਡੀ ਕੋਈ ਧੀ ਭੈਣ ਪਤੀ ਨੂੰ ਛੱਡ ਕੇ ਪੇਕੇ ਘਰ ਆ ਕੇ ਬਹਿ ਜਾਵੇ ਤੇ ਕਸੂਰ ਉਹਦਾ ਹੋਵੇ ਨਾ, ਤੇ ਆਮ ਕਰਕੇ ਇੱਕ ਗੁਲਾਮਾ ਉਸ ਧੀ ਨੂੰ, ਉਸ ਭੈਣ ਨੂੰ ਆਉਂਦਾ ਹੈ। ਸਾਹਿਬ ਕਹਿੰਦੇ ਕੇਵਲ ਉਸ ਧੀ ਜਾਂ ਭੈਣ ਨੂੰ ਇਹ ਗੁਲਾਮਾ ਨਾ ਦਿਓ, ਹਰ ਇੱਕ ਮਨੁੱਖ ਨੂੰ ਇਹ ਗੁਲਾਮਾ ਹੈ ਜਿਨਨੇ ਆਪਣਾ ਖਸਮ ਮਾਲਕ ਛੱਡਿਆ ਹੋਇਆ। ਅਸੁਧ ਰਹਿ ਰਾਸ ਵਿੱਚ ਤੁਸੀਂ ਰੋਜ਼ ਸੁਣਦੇ ਹੋ, ਪੜ੍ਹਦੇ, ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜਾਨ। ਹੁਣ ਜਿੰਨੇ ਮੈਨੂੰ ਦਿਨ ਦਿੱਤਾ, ਜਿੰਨੇ ਮੈਨੂੰ ਰਾਤ ਦਿੱਤੀ ਹੈ, ਜੇ ਮੈਂ ਉਹਨੂੰ ਵਿਸਾਰਾਂਗਾ ਤੇ ਮੇਰੀ ਗਿਣਤੀ ਕਮਜਾਤਾਂ ਵਿੱਚ ਆਵੇਗੀ। ਆਪਣੇ ਆਪ ਹੀ ਇਹ ਉਲਾਮੇ ਜਿਹੜੇ ਨੇ, ਆਪਣੇ ਆਪ ਹੀ ਇਹ ਮਿਹਣੇ ਜਿਹੜੇ ਨੇ ਸਾਨੂੰ ਵੱਜਦੇ ਰਹਿਣਗੇ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ। ਮੈਂ ਮਾਲਕ ਦੇ ਕਿਹੜੇ ਕਿਹੜੇ ਗੁਣਾਂ ਦਾ ਜ਼ਿਕਰ ਕਰਾਂ, ਕਿਉਂਕਿ ਜਿਹੜਾ ਮਾਲਕ ਮਾਤਾ ਦੇ ਪੇਟ ਵਿੱਚ ਸਾਡੀ ਰੱਖਿਆ ਕਰਦਾ ਹੈ, ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੇ ਜਿਨੇ ਮਾਤਾ ਦੇ ਪੇਟ ਵਿੱਚ ਸਾਡੀ ਰੱਖਿਆ ਕੀਤੀ, ਇੱਥੇ ਵੀ ਸਾਡੇ ਬੱਚਿਆਂ ਦਾ ਰਾਖਾ ਹੋਇਆ।
सानू कोई दुनियावी रख लियाउण दी लोड़ नहीं, कितों तड़ाकी लियाउण दी लोड़ नहीं, कितों धागा तवीत लियाउण दी लोड़ नहीं। इक्को ही गल कहनी जिन्हें माता दी उदर विच राखी कीती है, इत्थे दी राखा एक हमारा स्वामी सगल घटा का अंतर जाता। मेरा सतगुर रखवाला हुआ, धार कृपा प्रभ हाथ दे राखिया, हर गोबिंद नवा नरवा। कहते जदों मेरे पुत्र दा, मेरे बच्चे दा मालक राखा बनया, गुरु नानक राखा बनया, ते मेरा पुत्र धन गुरु हरगोबिंद साहब नवा नरवा। भाव गुरु अर्जन देव महाराज जी ने जिथे उस मालिक का शुकराना किया, वधी वेल वो पीढ़ी चाली, धर्म कला हर बंद बहाली, सतगुर साचै दिया भेज के सारा जिक्र किया कि उधरै माए आए किया निवास, माता कै मन बहुत विगास। ते अखीर ते निर्णा दे दिता, गुज्जी शनी नाही बात, गुर नानक तुठा कीती दात। कहते दे विच कोई गुज्जी, कोई शनी, कोई छपाउण वाली गल नहीं। गज गज के क्या कर भी जे शरीर मिलिया ते मालक ने दिता, गुरु ने दिता, जे बच्चे दिते मालक ने दिते, गुरु ने दिते, जे घर दिता ते मालक ने दिता, गुरु ने दिता। अज सिੱਖੀ की समस्या ही ये है, जे आपां सारे एक सुर विच हो के कहण लग पईए कि जो कुछ साडे कोल है ये धन गुरु ग्रंथ साहिब जी ने बख्शिश कीता है, ते एक खिन दे विच सिੱਖੀ की समस्या का हल हो सकता है। आपां कुछ ही जानते हैं सिੱਖੀ की समस्या की है, इसका समाधान की है। सिੱਖੀ की समस्या ये है कि जदों सतगुरु जी शरीरक तौर ते विचरे सन, गुरु की संगतां उदों भी शब्द नाल जुड़ियां सन, क्योंकि शब्द मात्र ते उधार धरे, शब्द गुरु सुरत धुन चेला। ते जदों अज है ही धन गुरु ग्रंथ साहिब जी शब्द गुरु, ते अज गुरु का सिख शब्द नालों टुट के सज्जे खब्बे भटके, ते फिर सिੱਖੀ की समस्या का हल किवें होवे? जदों भी कोई पुछे भी आ दात किन्ने दित्ती, इक्को गल क्या करो, धन गुरु ग्रंथ साहिब जी ने, वेखो किवें प्रचार होंदा है। घर घर दे विच फिर संगतां गुरु ग्रंथ साहिब जी दे नाल जुड़नगियां। साहिब कहंदे वो मालक एडा महान है कि वो किरत घणा नूं पालदा, जान को देत अजान को देत। जिहड़े कुछ जानन वाले ने, समझदार ने, उन्हां नूं भी दातां दिंदा है, ते जिहड़े मूर्ख बेसमझ ने उन्हां नूं भी दातां दिंदा है। इंज कह लईए जिहड़े मालक की सिफत सलाह करते ने मालक उन्हां नूं भी दातां दिंदा है, ते जिहड़े बेशुकरे ने मालक उन्हां नूं भी दातां दिंदे। दातां आस्तिक कोल भी ने ते दातां नास्तिक कोल भी ने, धर्मी कोल भी दातां ने, अधर्मी कोल भी दातां ने। ते आपां कहांगे फिर अंतर की है? अंतर बड़ा वड्डा है। दातां सारियां कोल है, पर दाता सारियां कोल नहीं। गुरु ग्रंथ साहिब के आरंभ विच सानू किहदे नाल जोड़िया? गुरा एक दे बुझाई, सबना जियां का एक दाता, सो मैं विसरना जाई। सानू दाते नाल जोड़िया, क्योंकि अकलियां दाता केवल सिफरां ने, ते सिफरां भावें हजारां होण लखां होण, वो सिफर ही हुंदी है। भावें एक सिफर नूं दूसरी सिफर विच जोड़ लो, आंसर सिफर ही आउणा है। मल्टीप्लाई कर लो, डिवाइड कर लो, आंसर जीरो ही आवेगा। पर जदों सिफर तो पहला एका लग जाए, उसकी वैल्यू 10 गुणा 100 गुणा 1000 गुणा लखां अरबां खरबां एक करके है। इस करके अरदास करनी है कि जिहड़ा सारे जीवां दा एक दाता है ना, वो नहीं विसरना चाहिए। ते जदों एक दाते नाल जुड़ जावांगे, साडी जिंदगी च करोड़ दाता, साडी जिंदगी च लख दाता आवेगा ही नहीं, क्योंकि सानू समझ आ जाएगी कि सब जग फिर मैं देखिया हर इक्को दाता। एक दातार सगल है जाचक, दूसर कहता जाऊं। एक तो बिना दूसरा ਉਹਦੇ दर को मंगण वाला ते हो सकता है, पर दूजा दाता नहीं। तुदनो छोड़ जाइए प्रभ कै धर, आन ना बिया तेरी समसर। दाता केवल एक है, ते ਉਹਦੇ दर ते ਜਿਹੜੇ ਜਾਚਕ ਨੇ ਉਹ ਅਨੇਕਾਂ ਹੋ ਸਕਦੇ ਨੇ, ਭਾਵੇਂ ਉਹ ਆਪਣੇ ਆਪ ਨੂੰ ਮਹਾਬਲੀ ਯੋਧੇ ਸੂਰਮੇ ਵੀ ਕਿਉਂ ਨਾ ਅਖਵਾਉਂਦੇ ਹੋਣ। ਸਭ ਕਹਿੰਦੇ ਨੇ ਸਾਹਿਬ ਸ੍ਰੀ ਸਭ ਤੋਂ ਸਿਰ ਨਾਇਕ, जाचक अनेक सो एक दवैया। दवैया केवल एक है, दाता केवल एक है। ते अज मालिक ने जिन्नियां दातां बख्शिश कीतियां, भाई साहब भाई अमरजीत सिंह जी
ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਮਾਲਕ ਦੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ, ਕਿਉਂਕਿ ਦਾਤਾ ਨਹੀਂ ਵਿਸਰਨਾ ਚਾਹੀਦਾ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਏ। ਬਸ ਇੱਕ ਦਾਤਾ ਚੇਤੇ ਹੈ ਤੇ ਮਨੁੱਖਾ ਜੀਵਨ ਸਫਲ ਹੈ। ਤੇ ਜੇ ਸਾਡੇ ਕੋਲ ਕੇਵਲ ਦਾਤਾ ਨੇ, ਦਾਤਾ ਨਹੀਂ, ਤੇ ਸਾਹਿਬ ਕਹਿੰਦੇ ਫਿਰ ਜੀਵਨ ਜਿਹੜਾ ਬਿਲਕੁਲ ਵਿਅਰਥ ਚਲਿਆ ਜਾਂਦਾ ਹੈ। ਮਾਲਕ ਦਾ ਸ਼ੁਕਰਾਨਾ ਕਰਨਾ ਕਿੰਨਾ ਜ਼ਰੂਰੀ, ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ ਇਹ ਕੁਰਬਾਨੀ ਆਪ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ ਚਾਹੁੰਦਾ, ਕਿਉਂਕਿ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਪੰਥ ਪ੍ਰਸਿੱਧ ਢਾਡੀ ਜਥਾ, ਉਹ ਵੀ ਇਸ ਪਰਿਵਾਰ ਦੇ ਪਿਆਰ ਨਾਲ ਔਰ ਆਪ ਸੰਗਤਾਂ ਦੇ ਸੱਦੇ ਤੇ ਇੱਥੇ ਪਹੁੰਚੇ ਨੇ। ਉਹਨਾਂ ਨੇ ਆਪ ਜੀ ਨੂੰ ਗੁਰ ਇਤਿਹਾਸ ਸਰਵਣ ਕਰਾਉਣਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਮੈਂ ਇੱਕ ਦਿਨ ਤੱਕਿਆ ਕਿ ਦੋ ਤਰ੍ਹਾਂ ਦੀ ਬਿਰਤੀ ਦੇ ਜੀਵ ਨੇ, ਪਿਆਸ ਦੋਵਾਂ ਨੂੰ ਲੱਗੀ। ਤੇ ਜਦੋਂ ਪਿਆਸ ਲੱਗੀ ਤੇ ਗਊਆਂ ਜਿਹੜੀਆਂ ਸਨ ਉਹ ਆਪਣਾ ਮੂੰਹ ਪਾਣੀ ਵੱਲ ਕਰਕੇ ਤੁਰੀਆਂ। ਜਿਵੇਂ ਅੱਜ ਅਸੀਂ ਦਾਤ ਲੈਣੀ ਹੋਵੇ ਤੇ ਗੁਰੂ ਵਾਲੇ ਪਾਸੇ ਮੂੰਹ ਕਰਕੇ ਤੁਰ ਪੈਂਦੇ ਆ, ਸਾਨੂੰ ਨੰਗੇ ਪੈਰ ਵੀ ਤੁਰਨਾ ਪਵੇ, ਸਾਨੂੰ ਰੋਜ਼ ਵੀ ਜਾਣਾ ਪਵੇ, ਆਪਾਂ ਕਿੰਨੇ ਦੱਸੋ ਤੇ ਸਹੀ ਕਿ ਸਾਨੂੰ ਦਾਤ ਚਾਹੀਦੀ। ਤੇ ਜਿਹੜੀ ਦਾਤ ਸਾਨੂੰ ਫਿਰ ਗੁਰੂ ਘਰੋਂ ਮਿਲੀ ਹੁੰਦੀ ਹੈ ਨਾ, ਕੜਾਹ ਪ੍ਰਸ਼ਾਦ ਦੀ ਦੇਗ ਕਰਾ ਕੇ, ਤੇ ਜਦੋਂ ਬੱਚੇ ਦਾ ਜਨਮ ਦਿਨ ਮਨਾਉਣਾ ਹੁੰਦਾ ਤੇ ਫਿਰ ਆਪਾਂ ਕਹਿੰਦੇ ਆ ਕਿ ਹੁਣ ਕੇਕ ਕੱਟ ਕੇ ਮਨਾਉਣਾ, ਉਦੋਂ ਕੜਾਹ ਪ੍ਰਸ਼ਾਦ ਦੀ ਦੇਗ ਭੁੱਲ ਜਾਂਦੀ ਸਨ। ਭਾਈ ਵੀਰ ਸਿੰਘ ਹੋਣਾ ਨੇ ਇੱਕ ਸਿੱਖਿਆ ਦਿੱਤੀ, ਕਹਿਣ ਲੱਗੇ ਗਾਈਆਂ ਪਿਆਸ ਲੱਗੀ, ਗਰਜ ਸੀ, ਲੋੜ ਸੀ, ਤਲਾਬ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਰੀਆਂ ਤੇ ਜਾ ਕੇ ਪਾਣੀ ਪੀ ਕੇ ਭੁੱਖਾਂ ਕੱਟੀਆਂ। ਜਦੋਂ ਪੇਟ ਭਰ ਗਿਆ, ਗਰਜ ਪੂਰੀ ਹੋ ਗਈ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਤੁਰ ਪਈਆਂ, ਪਰਤ ਕੇ ਪਾਣੀ ਵੱਲ ਵੇਖਿਆ ਗਿਆ। ਕਹਿਣ ਲੱਗੇ ਇਹਨੇ ਨੂੰ ਇੱਕ ਮੋਰ ਆਇਆ, ਜਦੋਂ ਆਇਆ ਉਦੋਂ ਵੀ ਮੂੰਹ ਪਾਣੀ ਵੱਲ, ਪੀ ਕੇ ਤ੍ਰਿਪਤ ਹੋਇਆ ਤੇ ਜਦੋਂ ਤ੍ਰਿਪਤ ਹੋ ਕੇ ਵਾਪਸ ਮੁੜਨ ਲੱਗਾ, ਨਾਲੇ ਪੁੱਠੇ ਪੈਰ ਤੁਰਿਆ ਜਾਂਦਾ, ਨਾਲੇ ਪਾਣੀ ਨੂੰ ਤੱਕ ਕੇ ਪਾਣੀ ਦਾ ਸ਼ੁਕਰਾਨਾ ਕਰੀ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਮਾਲਕ ਸਾਡੇ ਅੰਦਰ ਦਾਤਾਂ ਦੀ ਭੁੱਖ ਲੱਗੇ, ਦਾਤਾਂ ਦੀ ਪਿਆਸ ਲੱਗੇ, ਪਰ ਗਊਆਂ ਵਾਲੀ ਨਹੀਂ, ਮੋਰ ਵਾਲੀ, ਵੀ ਅਸੀਂ ਪਾਣੀ ਪੀਏ ਵੀ, ਰਜੀਏ ਵੀ ਤੇ ਨਾਲ ਦੀ ਨਾਲ ਤੈਨੂੰ ਵੀ ਯਾਦ ਕਰੀਏ। ਗਊਆਂ ਵਾਲੀ ਸਵਾਰਥੀ ਬਿਰਤੀ ਨਾ ਬਣਾਈ ਕਿ ਦਾਤਾਂ ਲੈ ਕੇ ਫਿਰ ਮੁਨਕਰ ਹੋ ਜਾਈਏ, ਕਦੇ ਤੇਰਾ ਸ਼ੁਕਰਾਨਾ ਕਰੀਏ ਨਾ। ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਧਾਈਆਂ ਆਈਆਂ ਗਾਈਆਂ ਸਰਦੇ, ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਡ ਨਾ ਮੋੜੀ ਥੋੜੀ, ਤ੍ਰਿਪਤ ਹੋਏ ਸਨ ਮੁਖ ਰਹਿ ਟੁਰਦਾ, ਜਲ ਤੱਕਦਾ ਤੇ ਹੱਟਦਾ, ਸ਼ਾਲਾ ਤਰੇ ਮੋਰ ਦੀ ਦੇਣੀ, ਪੀ ਰੱਜ ਤੁਧ ਨੂੰ ਲੋੜੀ। ਇਹ ਮੇਰੇ ਮਾਲਕ ਮੇਰੇ ਅੰਦਰ ਤਰੇ ਲੱਗੇ, ਮੇਰੇ ਅੰਦਰ ਪਿਆਸ ਲੱਗੇ, ਪਰ ਗਊਆਂ ਵਾਲੀ ਨਹੀਂ, ਮੋਰ ਵਾਲੀ, ਵੀ ਮੈਂ ਪਿਆਸ ਬੁਝਾਉਣ ਲਈ ਪਾਣੀ ਪੀਵਾਂ, ਦਾਤਾਂ ਲਵਾਂ, ਪਰ ਨਾਲ ਦੀ ਨਾਲ ਮਾਲਕ ਦੀ ਤੁਹਾਨੂੰ ਵੀ ਚੇਤੇ ਰੱਖਾਂ। ਸਭ ਤੋਂ ਪਹਿਲਾਂ ਮਨੁੱਖਾ ਸਰੀਰ ਦਾ ਜੇ ਪ੍ਰਸਾਦ ਪਾਈ ਗੁਰ ਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਤੇ ਜੇ ਉਹਦੀ ਭਗਤੀ ਨਹੀਂ ਕੀਤੀ ਤੇ ਸਾਹਿਬ ਕਹਿੰਦੇ ਫਿਰ ਇੰਦਰ ਵਰਗੇ ਰਾਜੇ, ਇੰਦਰ ਵਰਗੇ ਸੋਹਣੇ ਮਹਾਨ ਵੀ ਤੇਰੇ ਕੋਲ ਹੋਣ ਤੇ ਕਿਸੇ ਲੇਖੇ ਵਿੱਚ ਨਹੀਂ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਖੈ, ਰਾਜੇ ਇੰਦਰ ਸੰਸਰ ਕਰੇ ਆਸਨ, ਬਿਨ ਹਰ ਭਗਤ ਕਹੋ ਕੇ ਲਿਖ। ਦੂਸਰੀ ਗੱਲ ਕਿ ਤੈਨੂੰ ਰਹਿਣ ਲਈ ਘਰ ਚਾਹੀਦਾ, ਜੇ ਪ੍ਰਸਾਦ ਬਸੈ ਸੁਖ ਮੰਦਰ, ਕਿਸੈ ਧਿਆਏ ਸਦਾ ਮਨ ਅੰਦਰ। ਤੈਨੂੰ ਖਾਣ ਲਈ ਭੋਜਨ ਚਾਹੀਦਾ, ਜੇ ਪ੍ਰਸਾਦ ਸੱਚੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੰਗ ਮਨ ਮਾਹੇ। ਸਾਹਿਬ ਕਹਿੰਦੇ ਜਿਹਦੀ ਕਿਰਪਾ ਨਾਲ ਸੋਹਣੇ ਕੱਪੜੇ ਪਹਿਨਦਾ, ਜਿਹਦੀ ਕਿਰਪਾ ਦੇ ਨਾਲ ਪਾਣੀ ਪੀਣਾ, ਜਿਹਦੀ ਕਿਰਪਾ ਨਾਲ ਤੇਰੇ ਕੋਲ ਸਰੀਰਕ ਜੀਵਨ ਹੈ, ਜਿਨੇ ਤੈਨੂੰ ਆਤਮਿਕ ਜੀਵਨ ਦਿੱਤਾ ਹੈ, ਸਾਰੀਆਂ ਦਾਤਾਂ ਦਾ ਜ਼ਿਕਰ ਕਰਕੇ ਮਾਲਕ ਕਹਿੰਦੇ ਜਦੋਂ ਸੋਹਣੇ ਪਲੰਗਾਂ ਤੇ ਸੌਣ ਲੱਗੇ ਨਾ, ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰੀ। ਜਿਹ ਪ੍ਰਸਾਦ ਸੁਖ ਸੇਜ ਸੁਈਜੈ, ਮਨ ਆਠ ਬਹਿਰ ਤਾਂਕਾ ਜਸ ਗਾਵੀਜੈ। ਕਿ ਜੇ ਦਾਤਾਂ ਨਾਲ ਪਿਆਰ ਪੈ ਗਿਆ, ਦਾਤਾ ਨਹੀਂ ਹੈ, ਫਿਰ ਦੀਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂ ਨ ਸੀਜਈ ਬਿਨ ਨਾਮੈ ਬਤ ਜਾਏ। ਤੇ ਕਰਨਾ ਕੀ ਹੈ, ਨਿਰਗੁਣੀ ਆਰ ਗਿਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਯਾਦ ਇਸ ਚੀਤ ਰੱਖ, ਨਾਨਕ ਨਿਭੀ ਨਾਲ
ਇੰਨਾ ਸਮਾਂ ਨਹੀਂ ਕਿ ਆਪਾਂ ਬਹੁਤਾ ਵਿਸਤਾਰ ਤੇ ਜਾ ਸਕੀਏ। ਜਿੱਥੇ ਇਸ ਪਰਿਵਾਰ ਨੂੰ ਇਸ ਪੱਖੋਂ ਵਧਾਈ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ, ਕਿਉਂਕਿ ਜਿੱਥੇ ਪੁੱਤਰ ਦਾਤ ਹੈ ਉੱਥੇ ਧੀ ਵੀ ਇੱਕ ਬੜੀ ਵੱਡੀ ਦਾਤ ਹੈ। ਧੀਆਂ ਭੈਣ ਨਾਨਕੀ, ਧੀਆਂ ਬੀਬੀ ਜੀਰੋ ਤੇ ਸੱਚਮੁੱਚ ਮਾਤਾ ਤ੍ਰਿਪਤਾ ਤੋਂ ਲੈ ਕੇ ਮਾਤਾ ਗੁਜਰ ਕੌਰ ਤੱਕ ਇਹਨਾਂ ਦਾ ਵਿਰਸਾ ਨੇ। ਜਿਵੇਂ ਬੀਬੀ ਅਮਰੋ ਨੇ ਬੜਾ ਸਤਿਕਾਰ ਹੈ ਗੁਰੂ ਘਰ ਦੇ ਵਿੱਚ ਇਹਨਾਂ ਮਾਤਾਵਾਂ ਭੈਣਾਂ ਦਾ, ਇਸੇ ਤਰ੍ਹਾਂ ਅਸੀਂ ਆਪਣੇ ਪੁੱਤਰਾਂ ਦਾ ਜਨਮ ਦਿਨ ਮਨਾਉਂਦੇ ਹਾਂ, ਧੀਆਂ ਦਾ ਜਨਮ ਦਿਨ ਮਨਾਉਂਦੇ। ਕਹਿ ਲਈਏ ਕਿ ਸਮੁੱਚੇ ਰੂਪ ਵਿੱਚ ਪਰਿਵਾਰ ਨੇ ਜੋ ਵੀ ਦਾਤਾਂ ਮਾਲਕ ਨੇ ਬਖਸ਼ੀਆਂ ਨੇ, ਚਾਹੇ ਉਹ ਧੀ ਦੀ ਦਾਤ ਹੈ, ਚਾਹੇ ਉਹ ਪੁੱਤਰ ਦੀ ਦਾਤ ਹੈ, ਸ਼ੁਕਰਾਨਾ ਕਰਦੇ ਹੋਏ ਮਾਲਕ ਦਾ ਉਹ ਆਸਰਾ ਲਿਆ ਤੇ ਆਪ ਰੱਬ ਵਰਗੀਆਂ ਸੰਗਤਾਂ ਦੀ ਗੁਰੂ ਸੰਗਤ ਦੀ ਜੁਗਤ ਦੁਆਰਾ ਗੁਰਬਾਣੀ ਕੀਰਤਨ, ਗੁਰਬਾਣੀ ਪਾਠ, ਗੁਰਬਾਣੀ ਕਥਾ, ਇਹ ਜੋ ਸਾਡਾ ਗੁਰ ਇਤਿਹਾਸ ਹੈ, ਕਿਉਂਕਿ ਗੁਰਬਾਣੀ ਜਿੱਥੇ ਰੂਹ ਹੈ ਉੱਥੇ ਗੁਰ ਇਤਿਹਾਸ, ਸਿੱਖ ਇਤਿਹਾਸ ਸਟਰਕਚਰ ਹੈ, ਰੀੜ ਦੀ ਹੱਡੀ ਹੈ। ਜਿਵੇਂ ਢਾਂਚਾ ਹੋਣਾ ਬੜਾ ਜ਼ਰੂਰੀ ਹੈ, ਉਹਦੇ ਵਿੱਚ ਰੂਹ, ਉਹਦੇ ਵਿੱਚ ਸਵਾਦ ਚੱਲਣ ਤੇ ਜੀਵਨ ਬਣਦਾ ਹੈ। ਸਤਿਗੁਰਾਂ ਨੇ ਜਿਹੜਾ ਇਤਿਹਾਸ ਸਿਰਜਿਆ ਉਹ ਰੀੜ ਦੀ ਹੱਡੀ ਹੈ, ਸਟਰਕਚਰ ਹੈ, ਤੇ ਗੁਰਬਾਣੀ ਰੂਪੀ ਰੂਹ ਦੇ ਨਾਲ ਇਤਿਹਾਸ ਜਦੋਂ ਜੁੜੇਗਾ ਤੇ ਸੱਚਮੁੱਚ ਇੱਕ ਨਵਾਂ ਨਰਵਾ ਜਿਹੜਾ ਪੰਥ ਸਤਿਗੁਰਾਂ ਸਾਜਿਆ, ਉਹਦੀ ਸਾਨੂੰ ਵਡਿਆਈ, ਉਹਦੀ ਜਿਹੜੀ ਸਤਿਗੁਰੂ ਜੀ ਨੇ ਸੰਸਾਰ ਦੇ ਵਿੱਚ ਬਖਸ਼ਿਸ਼ਾਂ ਕਰਕੇ ਖੁਸ਼ਬੂਈ ਵੰਡੀ ਹੈ, ਉਹ ਸਾਨੂੰ ਮਾਨਣ ਦਾ ਸੁਭਾਅ ਪ੍ਰਾਪਤ ਹੁੰਦਾ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ, ਉਹਨਾਂ ਦੇ ਧਰਮ ਪਤਨੀ ਬੀਬਾ ਸ਼ਰਨਜੀਤ ਕੌਰ, ਜਿਨ੍ਹਾਂ ਨੇ ਬੜੇ ਪਿਆਰ ਨਾਲ ਦਾਸ ਨੂੰ ਆਵਾਜ਼ ਮਾਰ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਅਗਲਾ ਪ੍ਰੋਗਰਾਮ ਆਪ ਜੀ ਸਟੇਜ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਬੁਲਾਓ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ